ਅੱਗੇ ਜਾ ਕੇ ਇੱਕ ਅਰਧ ਨਿਰਾਜ ਛੰਦ ਆਉਂਦਾ 134 ਪੇਜ 'ਤੇ। ਇਹ ਅਕਾਲ ਉਸਤਤ ਦੇ ਵਿੱਚ ਵੀ ਛੰਦ ਹੈਗਾ। ਬਿਰਛਸ ਤੂੰ ਹੀ, ਉਹਦੇ ਤੂੰ ਹੀ ਸ਼ਬਦ ਆਇਆ ਹੋਇਆ, ਇਹਦੇ ਤੁਅੰਗ ਸ਼ਬਦ ਆਇਆ ਹੋਇਆ, ਪਿੱਛੇ ਜਿਹੜਾ ਸੱਸਾ ਲਾਇਆ ਹੋਇਆ ਉਹ ਇਹ ਛੰਦ ਨੂੰ ਕੰਪਲੀਟ ਕਰਨ ਲਈ ਆ। ਅਸਲੀ ਅਰਥ ਤਾਂ ਸਿਰਫ ਆਹ 2 ਅੱਖਰਾਂ ਦੇ ਹੀ ਆ, ਬਿਰਛਸ ਤੂੰ ਬਨਸ ਤੂੰ। ਵੀ ਬ੍ਰਿਛ ਮੀਨਜ਼ ਦਰਖਤ ਵਿੱਚ ਵੀ ਤੂੰ ਆ, ਵਨ ਮੀਨਜ਼ ਜੰਗਲ ਵਿੱਚ ਵੀ ਤੂੰ ਆ, ਪਿਤਸ ਤੂੰ ਸੁਤਸ ਤੂੰ, ਪਿਤਾ ਵਿੱਚ ਵੀ ਤੂੰ ਆ, ਸੁਤ ਮੀਨਜ਼ ਪੁੱਤਰ ਵਿੱਚ ਵੀ ਤੂੰ ਆ, ਨਰਸ ਤੂੰ ਤ੍ਰਿਏਸ ਤੂੰ, ਨਰ ਪੁਰਸ਼ ਵਿੱਚ ਵੀ ਤੂੰ ਆ, ਤ੍ਰਿਏ ਔਰਤ ਵਿੱਚ ਵੀ ਤੂੰ ਆ। ਇਹਦੇ ਵਿੱਚ ਅੱਗੇ ਆ ਕੇ ਆਉਂਦਾ ਛਲਸ ਤੂੰ, ਜਿਹੜਾ ਛਲ ਧੋਖਾ, ਜਦੋਂ ਕਿਸੇ ਨਾਲ ਧੋਖਾ ਹੁੰਦਾ ਜਾਂ ਸੰਸਾਰ 'ਚ ਜੋ ਵੀ ਛਲ ਹੁੰਦਾ ਉਹ ਛਲ ਵਿੱਚ ਵੀ ਤੂੰ ਹੀ ਆ। ਇਹ ਸਾਡੇ ਅੰਦਰ ਬਹੁਤ ਸਵਾਲ ਉੱਠਦੇ ਨੇ ਇਸ ਤਰ੍ਹਾਂ ਦੇ ਵੀ, ਜਿਵੇਂ ਸੰਸਾਰ ਦੇ ਵਿੱਚ ਕੀ ਸਾਰਾ ਕੁਛ ਇਹ ਹੁਕਮ ਨਾਲ ਹੋ ਰਿਹਾ ਅਸੀਂ ਕਹਿੰਦੇ ਹਾਂ, ਪਰ ਜਦੋਂ ਇਹ ਵੀ ਸੋਚਦੇ ਹਾਂ ਵੀ ਜਿਹੜੇ ਅਪਰਾਧ ਹੁੰਦੇ ਨੇ, ਰੇਪ ਹੁੰਦੇ ਨੇ ਜਾਂ ਕਤਲ ਹੁੰਦੇ ਨੇ, ਕੋਈ ਵੀ ਰੇਪ, ਠੱਗੀ, ਕਿਸੇ ਰਿਸ਼ਤੇਦਾਰ ਨੇ ਠੱਗੀ ਕੀਤੀ ਹੈ, ਕੁਛ ਵੀ ਹੁੰਦਾ ਵੀ ਉਹ ਵੀ ਭਾਣੇ ਵਿੱਚ ਹੀ ਹੁੰਦਾ ਜਾਂ ਫਿਰ ਉਹ ਵੀ ਹੁਕਮ ਹੀ ਆ। ਅਸਲ 'ਚ ਇਹ ਸਵਾਲ ਹਰ ਇੱਕ ਦੇ ਮਨ 'ਚ ਉੱਠਦੇ ਨੇ ਜਦੋਂ ਬੰਦਾ ਸਟਾਰਟਿੰਗ ਦੇ ਵਿੱਚ ਇਸ ਰਸਤੇ 'ਤੇ ਚੱਲਣਾ ਸ਼ੁਰੂ ਕਰਦਾ, ਪਰ ਉਸ ਨੂੰ ਇਹ ਖੋਜਦੇ ਰਹਿਣਾ ਚਾਹੀਦਾ ਆਪਣੇ ਅੰਦਰ। ਬਸ ਸਵਾਲ ਉਠਾ ਕੇ ਉਹਨੂੰ ਵਿਚਾਰਦੇ ਰਹੋ, ਉਹਦਾ ਹੱਲ ਮਿਲ ਜਾਣਾ, ਆਪਣੇ ਆਪ ਹੀ ਮਿਲ ਜਾਣਾ ਕਿ ਇਹ ਗੁਰਬਾਣੀ ਕਿਉਂ ਗੁਰੂ ਆ। ਇਹ ਪੂਜਣ ਲਈ, ਮੱਥੇ ਟੇਕਣ ਲਈ ਹੀ ਗੁਰੂ ਨਹੀਂ ਹੈਗਾ। ਗੁਰੂ ਦਾ ਹੁੰਦਾ ਜੋ ਸਿਖਾਵੇ। ਹੁਣ ਆਪਾਂ ਜੇ ਇਹ ਆਪਣੇ ਆਪ ਦਾ ਬੋਲ ਕੇ ਸਿਖਾਊਗਾ ਨਹੀਂ, ਜੇ ਆਪਾਂ ਪੜ੍ਹਾਂਗੇ, ਪੜ੍ਹ ਕੇ, ਹੁਣ ਆਪਾਂ ਨੇ ਇਹ ਪੜ੍ਹਿਆ ਸ਼ਬਦ, ਪੜ੍ਹ ਕੇ ਆਪਾਂ ਨੇ ਸਿੱਖ ਲਿਆ, ਇਹ ਆਪਾਂ ਨੂੰ ਪਤਾ ਲੱਗ ਗਿਆ ਵੀ ਹਾਂ ਜਿਹੜਾ ਉਹ ਕੁਛ ਵੀ ਹੋ ਰਿਹਾ ਉਹ ਵੀ ਭਾਣਾ ਹੀ ਆ। ਛਲਸ ਤੂੰ, ਵੀ ਉਹ ਛਲ ਵਿੱਚ ਵੀ ਤੂੰ ਹੀ ਆ। ਹੁਣ ਸਾਡੇ ਕਈਆਂ ਅੰਦਰ ਇਹ ਸਵਾਲ ਉੱਠਣਗੇ ਵੀ ਜੇ ਇਹ ਸਾਰਾ ਜਿਹੜਾ ਗਲਤ ਹੋ ਰਿਹਾ ਉਹ ਵੀ ਫਿਰ ਹਰੀ ਹੀ ਕਰ ਰਿਹਾ ਤਾਂ ਉਹ ਫਿਰ ਕਿਵੇਂ ਸੰਭਵ ਆ। ਅਸਲ 'ਚ ਸਾਨੂੰ ਪਤਾ ਹੀ ਨਹੀਂ ਅਸੀਂ ਹਰੀਆਂ। ਜੇ ਕਿਸੇ ਨੂੰ ਪਤਾ ਹੀ ਨਹੀਂ ਹੋਵੇ ਵੀ ਅਸੀਂ ਕੌਣ ਆ, ਫਿਰ ਉਹ ਉਸ ਨਾ ਸਮਝੀ ਦੇ ਵਿੱਚ ਜੋ ਕੁਛ ਕਰਦਾ ਉਹ ਫਿਰ ਗਲਤ ਕਰੂਗਾ। ਜਾਂ ਜਿਹਨੂੰ ਪਤਾ ਹੀ ਨਹੀਂ ਵੀ ਮੈਂ ਖੁਦ ਕੀ ਆ, ਉਹਨੇ ਬਚਪਨ ਤੋਂ ਦੁਰਮਤ ਲੈਣੀ ਸਿੱਖੀ ਹੈ। ਸਮਾਜ ਸਾਨੂੰ ਦੁਰਮਤ ਲੈਣੀ ਸਿਖਾਉਂਦਾ, ਅਸਲੀਅਤ ਵੱਲ ਜਾਣਾ ਤਾਂ ਸਿਖਾਉਂਦਾ ਹੀ ਨਹੀਂ ਗਾ। ਸਮਾਜ ਦੀ ਸਿੱਖਿਆ ਗਲਤ ਆ। ਹਉਮੈ ਦਾ ਰੋਗ ਆ ਸੰਸਾਰ ਨੂੰ, ਹਉਮੈ ਦੇ ਰੋਗ ਕਰਕੇ ਇਹ ਤੋਂ ਬਾਹਰ ਕੋਈ ਨਹੀਂ ਹੈਗਾ। ਹਉਮੈ ਦੇ ਰੋਗ ਤੋਂ ਦੁਰਮਤ ਦੀ ਸਿੱਖਿਆ ਜਦ ਲੈਂਦੇ ਆ, ਫਿਰ ਉਹ ਦੁਰਮਤ ਦੀ ਸਿੱਖਿਆ ਲੈ ਕੇ ਪੁੱਠੇ ਕੰਮ ਹੀ ਕਰਨੇ। ਉਹਨਾਂ ਨੇ ਚੋਰੀਆਂ, ਬਲਾਤਕਾਰ, ਕਤਲ, ਹੈਗਾ ਤਾਂ ਉਹ ਹਰੀ ਦਾ ਹੀ ਭਾਣਾ, ਪਰ ਉਹਨੂੰ ਪਤਾ ਨਹੀਂ ਉਹ ਕਿਉਂ ਕਰ ਰਿਹਾ। ਜੇ ਅਸੀਂ ਸਮਝਣਾ ਹੋਵੇ ਉਹ ਕਿਵੇਂ ਆ, ਤਾਂ ਆਦਿ ਗ੍ਰੰਥ ਦੇ ਵਿੱਚ 657 ਪੇਜ 'ਤੇ ਰਵਿਦਾਸ ਭਗਤ ਦੀ ਬਾਣੀ 'ਚ ਪੜ੍ਹਿਆ ਸੀ ਆਪਾਂ ਨੇ। ਉਹ 'ਤੇ ਵੀਡੀਓ ਵੀ ਬਣੀ ਸੀਗੀ। ਉਹ ਹੈ ਨਰਪਤੀ ਇੱਕ ਸਿੰਘਾਸਣ ਸੋਇਆ, ਸੁਪਨੇ ਭਿਆ ਭੁਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਉਹ ਇੱਥੇ ਡਿਸਕਸ ਕਰਦੇ ਆ, ਸ਼ਾਇਦ ਉਹ ਗੱਲ ਹੁਣ ਸਮਝ ਆਵੇ। ਇਹਦਾ ਜਵਾਬ ਉਹੀ ਸੋਰਠ ਦੇ ਵਿੱਚ 657 ਪੇਜ 'ਤੇ राग सोठ बाणी भगत रविदास जी की। एक ओंकार सतगुर प्रसाद। जब हम होते तब तू नाही, अब तू ही मैं नाही। ਵੀ ਜਦੋਂ ਅਸੀਂ ਹੁੰਦੇ ਹਾਂ, ਜਦੋਂ ਇਨਸਾਨ ਆਪਣੀ ਹਉਮੈ 'ਚ ਹੁੰਦਾ, ਉਦੋਂ ਤੂੰ ਨਹੀਂ ਹੁੰਦਾ, ਉਦੋਂ ਹਰੀ ਦਾ ਕੋਈ ਵਜੂਦ ਨਹੀਂ ਹੈਗਾ, ਕਿਉਂਕਿ ਉਹਨੂੰ ਪਤਾ ਹੀ ਨਹੀਂ, ਉਹਨੂੰ ਨੌਲੇਜ ਹੀ ਨਹੀਂ। ਜਿਸ ਗੱਲ ਦੀ ਨੌਲੇਜ ਹੋਊਗੀ ਉਹੀ ਹੋਊਗਾ। ਜੇ ਇਨਸਾਨ ਦੀ ਨੌਲੇਜ ਆ, ਅਸੀਂ ਇੱਕ ਟੁਕੜੇ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਵੱਖਰਾ ਦੇਖਦੇ ਹਾਂ, ਤਾਂ ਅਸੀਂ ਵੱਖਰੇ ਹਾਂ। ਉਦੋਂ ਉਹਨੂੰ ਹਰੀ ਨਹੀਂ ਕਹਿ ਸਕਦੇ। ਉਹਨੇ ਹੀ ਹਰੀ ਬਣਨਾ ਜਦੋਂ ਉਹਨੂੰ ਗਿਆਨ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਹੁਣ ਤੂੰ ਹੀ ਆ, ਮੇਰੀ ਹਉਮੈ ਖਤਮ ਹੋ ਗਈ, ਹੁਣ ਤੂੰ ਹੀ ਰਹਿ ਗਿਆ, ਮੈਂ ਨਹੀਂ ਰਿਹਾ। ਇਸ ਲਈ ਭਾਣਾ ਉੱਥੇ ਵੀ ਹਰੀ ਦਾ ਜਦੋਂ ਪਤਾ ਹੀ ਨਹੀਂ ਹੁੰਦਾ, ਅਤੇ ਜਦੋਂ ਪਤਾ ਲੱਗ ਗਿਆ, ਹਰੀ ਦਾ ਦਾਸ ਬਣ ਗਿਆ, ਉਦੋਂ ਵੀ ਭਾਣਾ ਹਰੀ ਦਾ ਹੀ ਆ। ਜਿਹੜੀ ਸ਼ਕਤੀ ਆ ਕੁਛ ਕਰਨ ਦੀ ਉਹ ਸੇਮ ਹੀ ਆ। ਉੱਥੇ ਪਤਾ ਨਹੀਂ ਸੀਗਾ, ਅਗਿਆਨਤਾ ਦੇ ਵਿੱਚ ਸੰਸਾਰ ਦੀ ਦੁਰਮਤ ਲੈ ਕੇ ਸੰਸਾਰੀ ਕੰਮਾਂ ਦੇ ਵਿੱਚ ਜਾਂ ਪੈਸਾ ਇਕੱਠਾ ਕਰ ਲਿਆ, ਨੌਕਰੀ ਕਰ ਲਈ, ਬੱਚੇ ਪਾਲ ਲਏ, ਜਾਂ ਅਪਰਾਧ ਕਰ ਲਿਆ ਕੋਈ ਵੀ, ਉਹ ਸਾਡੇ ਕੋਲ ਗੁਣ ਖਤਮ ਹੋ ਗਏ। ਸਾਡਾ ਸਿਮਰਨ ਨਹੀਂ ਰਿਹਾ, ਸਾਡੇ ਅਸਲੀਅਤ ਦਾ, ਸਾਡੇ ਮੂਲ ਦਾ। ਉਹ ਤਾਂ ਅਸੀਂ ਇਹੋ ਜਿਹੇ ਅਪਰਾਧ ਕਰਦੇ ਹਾਂ। ਉਹੀ ਗੱਲ ਇੱਥੇ ਡਿਸਕਸ ਹੋਈ ਆ। ਇਹ ਬਹੁਤ ਸਿੱਖਿਆ ਦੇਣ ਵਾਲਾ ਸ਼ਬਦ ਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਤ, ਜਲ ਕੇਵਲ ਜਲ ਮਾਹੀ। ਬਹੁਤ ਭਿਆਨਕ ਲਹਿਰਾਂ ਚੱਲ ਰਹੀਆਂ ਨੇ ਸਮੁੰਦਰ ਦੇ ਵਿੱਚ,
ਪਰ ਅਸਲ 'ਚ ਕੀ ਆ, ਉਹ ਲਹਿਰਾਂ ਕੀ ਨੇ, ਉਹ ਪਾਣੀਓ ਆ। ਜਲ ਕੇਵਲ ਜਲ ਮਾਹੀ, ਜਲ ਦੇ ਵਿੱਚ ਜਲ ਹੀ ਆ, ਲਹਿਰਾਂ ਕਿਤੋਂ ਵੱਖਰੀਆਂ ਨਹੀਂ ਆਈਆਂ। ਅਸਲ 'ਚ ਉਹ ਲਹਿਰਾਂ ਪਾਣੀ ਦਾ ਹੀ ਰੂਪ ਬਣਿਆ ਹੋਇਆ। ਇਸ ਲਈ ਇਹ ਜਿਹੜੇ ਇਨਸਾਨ ਨੇ ਉਹ ਹਰੀ ਦੇ ਵਿੱਚੋਂ ਹੀ ਲਹਿਰਾਂ ਉੱਠੀਆਂ ਹੋਈਆਂ ਨੇ। ਇੱਕ ਹਰੀ ਉਹ ਸਟੇਬਲ ਆ, ਜਿਹੜਾ ਖੜਾ ਪਾਣੀ ਆ, ਜਿਹੜੀਆਂ ਲਹਿਰਾਂ ਨੇ ਉਹ ਇਨਸਾਨ ਰੂਪ ਆ। ਮਾਧਵੇ ਕਿਆ ਕਹੀਏ ਭਰਮ ਐਸਾ, ਵੀ ਮਾਧਵੇ ਹੁਣ ਕੀ ਕਹੀਏ, ਐਸਾ ਭਰਮ ਆ ਇਹ। ਜੈਸਾ ਮਾਨੀਏ ਹੋਏ ਨਾ ਤੈਸਾ, ਜਿਵੇਂ ਦਾ ਅਸੀਂ ਮੰਨ ਰਹੇ ਹਾਂ ਉਵੇਂ ਦਾ ਹੈ ਹੀ ਨਹੀਂ ਇਹ ਜੀਵਨ। ਅਸਲੀਅਤ ਕੁਛ ਹੋਰ ਆ। ਰਹਾਓ ਹੁਣ ਇੱਕ ਐਗਜ਼ੈਂਪਲ ਜੋ ਇਹਨਾਂ ਨੇ ਸੁਣੀ ਸੀਗੀ ਪਹਿਲਾਂ, ਉਹਦੀ ਗੱਲ ਕਰਨਗੇ। ਇੱਕ ਨਹੀਂ 2-3 ਦੀ ਕਰਨਗੇ, ਫਿਰ ਦੱਸਣਗੇ ਵੀ ਮੈਨੂੰ ਹੁਣ ਸਮਝ ਆਈਆਂ ਨੇ ਗੱਲਾਂ। ਨਰਪਤੀ ਏਕ ਸਿੰਘਾਸਨੀ ਸੋਇਆ, ਸੁਪਨੇ ਪਿਆ ਭਿਖਾਰੀ। ਕਹਿੰਦੇ ਇੱਕ ਰਾਜਾ ਸਿੰਘਾਸਨ 'ਤੇ ਬੈਠਾ ਸੌਂ ਗਿਆ ਅਤੇ ਉਹਨੂੰ ਸੁਪਨਾ ਆ ਗਿਆ ਵੀ ਸੁਪਨੇ ਦੇ ਵਿੱਚ ਉਹ ਭਿਖਾਰੀ ਆ। ਹੁਣ ਇੱਕ ਰਾਜਾ ਸੇਮ ਟਾਈਮ 'ਤੇ ਰਾਜਾ ਵੀ ਆ, ਤਾਂ ਉਹ ਭਿਖਾਰੀ ਕਿਵੇਂ ਹੋ ਸਕਦਾ? ਰਾਜੇ ਕੋਲ ਤਾਂ ਬਹੁਤ ਧਨ ਦੌਲਤ ਆ, ਬਹੁਤ ਕੈਪੀਟਲ ਆ ਉਹਦੇ ਕੋਲ, ਇੱਕ ਰਾਜ ਆ, ਪਰ ਉਹ ਭਿਖਾਰੀ ਕਿਵੇਂ ਹੋ ਸਕਦਾ? ਇਸੇ ਤਰ੍ਹਾਂ ਇਹ ਜਿਹੜਾ ਹਰੀ ਆ ਉਹ ਤੂੰ ਤੋਂ ਮੈਨ 'ਤੇ ਆ ਗਿਆ, ਹਉਮੈ ਕਰਕੇ ਉਹਦਾ ਸਾਰਾ ਗਿਆਨ ਘਟ ਗਿਆ, 52 ਰੂਪ ਹੋ ਗਿਆ। ਜਿਹੜਾ ਸਨਾਤਨ ਮਨ ਦੇ ਵਿੱਚ 52 ਰੂਪ ਕਹਿੰਦੇ ਨੇ, 52 ਰੂਪ ਮਤਲਬ ਬੌਣਾ ਆਕਾਰ। ਉਹਦਾ ਗਿਆਨ ਘਟ ਗਿਆ, ਉਹ ਇੱਕ ਸੀਮਤ ਟੁਕੜਾ ਹੋ ਗਿਆ, ਇੱਕ ਸੀਮਤ ਉਹਦਾ ਦਾਇਰਾ ਹੋ ਗਿਆ। ਇਨਸਾਨ ਦੁਰਮਤ ਲੈ ਕੇ ਸੋਚਣ ਲੱਗ ਗਿਆ। ਇਹ ਐਸਾ ਭਰਮ ਆ, ਇਸੇ ਨੂੰ ਕਹਿੰਦੇ ਨੇ ਨਾਨਕ ਜਪਜੀ ਸਾਹਿਬ 'ਚ ਕਿ ਕੂੜੈ ਟੁੱਟੇ ਪਾਲ। ਇਹ ਕੂੜ ਦੀ ਪਾਲ, ਕੂੜ ਦੀ ਕੰਧ ਕਿਵੇਂ ਟੁੱਟੂਗੀ ਜਿਹੜੀ ਇਨਸਾਨ ਨੇ ਆਪਣੇ ਦੁਆਲੇ ਕਰ ਲਈ। ਭਰਮ ਦੀ ਉਹ ਕੰਧ ਆ ਇਹ। ਨਰਪਤੀ ਏਕ ਸਿੰਘਾਸਨੀ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤੀ ਭਈ ਹਮਾਰੀ। ਵੀ ਸਾਰਾ ਰਾਜ ਹੁੰਦੇ ਹੋਏ, ਸਾਰਾ ਗਿਆਨ ਦੇ ਮਾਲਕ ਹੁੰਦੇ ਹੋਏ ਵੀ ਅਸੀਂ ਉਸ ਤੋਂ ਵਿਛੜ ਕੇ, ਉਸ ਨੂੰ ਭੁੱਲ ਕੇ, ਸਾਨੂੰ ਉਸਦਾ ਸਿਮਰਨ ਨਹੀਂ ਰਿਹਾ, ਉਸ ਨੂੰ ਭੁੱਲ ਕੇ ਦੁੱਖ ਪਾ ਰਹੇ ਹਾਂ। ਅਸੀਂ ਫਿਰ ਵੀ ਗੁਰਦੁਆਰੇ ਮੰਦਰਾਂ 'ਚ ਜਾ ਕੇ ਮੰਗ ਰਹੇ ਹਾਂ। ਅਸੀਂ ਆਪ ਰਾਜੇ ਹਾਂ, ਅਸੀਂ ਮੰਗਤੇ ਹੋ ਗਏ। ਸੋਗਤ ਭਈ ਹਮਾਰੀ, ਉਹੀ ਹਾਲਤ ਕਹਿੰਦੇ ਸਾਡੀ ਹੋਈ ਆ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਆਬ ਕਛੁ ਮਰਮ ਜਨਾਇਆ। ਕਹਿੰਦੇ ਇੱਕ ਜਿਵੇਂ ਰੱਸੀ ਤੇ ਸੱਪ ਦੀ ਪ੍ਰਸੰਗ, ਇੱਕ ਕਹਾਣੀ ਆ ਰੱਸੀ ਤੇ ਸੱਪ ਦੀ। ਮੈਨੂੰ ਹੁਣ ਸਮਝ ਆਇਆ ਵੀ ਉਹ ਬ੍ਰਹਮ ਗਿਆਨੀ ਲੋਕ ਉਸ ਗੱਲ ਨੂੰ ਕਿਉਂ ਐਗਜ਼ੈਂਪਲ ਦਿੰਦੇ ਹੁੰਦੇ ਸੀ। ਲਹਿਰਾਂ ਨੂੰ, ਸਮੁੰਦਰ ਨੂੰ, ਰਾਜੇ ਭਿਖਾਰੀ ਦੀ ਜਾਂ ਰੱਸੀ ਸੱਪ ਦੀ। ਇੱਕ ਰੱਸੀ ਪਈ ਆ ਹਨੇਰੇ ਕਮਰੇ 'ਚ, ਉਹ ਸੱਪ ਲੱਗਣ ਲੱਗ ਜਾਂਦੀ ਹੈ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬ ਕਛੁ ਮਰਮ ਜਨਾਇਆ। ਅਨੇਕ ਕਟਕ ਜੈਸੇ ਭੁੱਲ ਪਏ, ਅਬ ਕਹਿਤੇ ਕਹਿਣ ਨਾ ਆਇਆ। ਅਨੇਕਾਂ ਕੰਗਣ ਭੁੱਲ ਗਏ ਕਿ ਉਹਨਾਂ ਦਾ ਵਜੂਦ ਕੀ ਆ। ਅਸਲ 'ਚ ਉਹ ਸੋਨਾ ਹੀ ਨੇ, ਸੋਨੇ ਦਾ ਕੰਗਣ ਆ। ਉਹਦਾ ਨਾਂ ਕੰਗਣ ਵੱਜਦਾ ਕਿਉਂਕਿ ਉਹਦਾ ਇੱਕ ਆਕਾਰ ਬਣ ਗਿਆ ਗੋਲ, ਉਹਨੂੰ ਹੱਥ 'ਚ ਪਹਿਨਣ ਵਾਲਾ ਕੰਗਣ ਬਣਾ ਲਿਆ। ਪਰ ਅਸਲ 'ਚ ਉਹ ਸੋਨੇ ਦੀ ਡਲੀ ਤੋਂ ਬਣਿਆ। ਕੋਈ ਸੋਨੇ ਦਾ ਡਲੀ ਕਹਿ ਲਓ ਜਾਂ ਪਾਊਡਰ ਕਹਿ ਲਓ, ਉਹਨਾਂ ਨੂੰ ਇਕੱਠਾ ਕਰਕੇ ਉਹਦਾ ਆਕਾਰ ਬਣਾਇਆ। ਉਹਦਾ ਮੂਲ ਕੀ ਆ? ਉਹ ਅਸਲ 'ਚ ਸੋਨਾ ਹੀ ਆ। ਕੰਗਣ ਤਾਂ ਉਹਨੂੰ ਆਕਾਰ ਕਰਕੇ ਕਹਿੰਦੇ ਨੇ, ਉਹਦਾ ਮੂਲ ਸੋਨਾ। ਆਹ ਪੇਜ ਦਾ ਮੂਲ ਲੱਕੜ ਆ, ਇਹਨੂੰ ਇੱਕ ਸ਼ੇਪ ਦੇਤੀ। ਇਹਦੇ ਕਾਰਬਨ ਅੱਖਰ ਕੀ ਨੇ? ਕਾਰਬਨ ਆ, ਇਹ ਕਾਰਬਨ ਦੀ ਸਹਾਈ ਆ। ਇਹਦੇ ਆਕਾਰ ਬਣ ਕੇ ਇਹਨਾਂ ਨੂੰ ਪੜ੍ਹਦੇ ਆ, ਇਹਨੂੰ ਪੜ੍ਹ ਕੇ ਫਿਰ ਸਿੱਖਿਆ ਮਿਲਦੀ ਆ। ਉਹ ਸਿੱਖਿਆ ਦੀ ਵੈਲਿਊ ਆ। ਇਹ ਅੱਖਰਾਂ ਦੀ, ਇਹ ਕਾਗਜ਼ ਦੀ ਕੋਈ ਵੈਲਿਊ ਨਹੀਂ, ਉਹ ਸਿੱਖਿਆ ਦੀ ਵੈਲਿਊ ਆ ਜਿਹੜੀ ਇਹਦੇ ਵਿੱਚ ਐਡ ਆ, ਜਿਹਨੂੰ ਆਪਾਂ ਪੜ੍ਹ ਕੇ ਲੈ ਨਹੀਂ ਰਹੇ। ਸਰਵੇ ਏਕ ਅਨੇਕੇ ਸੁਆਮੀ, ਸਭ ਘਟ ਭੋਗ ਵੈਸ ਹੋਈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਸਰਵੇ, ਉਹ ਸਾਰੇ ਇੱਕੋ ਆ, ਅਨੇਕ ਰੂਪ 'ਚ ਵੀ ਆ। ਸਾਰੇ ਹਿਰਦੇ ਉਹੀ ਭੋਗ ਰਿਹਾ। ਅਪਰਾਧੀ ਦਾ ਹਿਰਦਾ ਵੀ ਉਹੀ ਭੋਗ ਰਿਹਾ ਅਤੇ ਭਗਤ ਦਾ ਹਿਰਦਾ ਵੀ ਉਹੀ ਭੋਗ ਰਿਹਾ। ਸੋਈ ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਰਵਿਦਾਸ ਕਹਿੰਦਾ ਸਾਨੂੰ ਐਂ ਆ ਜਿਵੇਂ ਸਾਡਾ ਹੱਥ ਨੇੜੇ ਆ, ਸਾਡਾ ਹੱਥ ਆਪਣਾ, ਇਸ ਤਰ੍ਹਾਂ ਹੀ ਉਹ ਆ ਸਾਨੂੰ ਆਪਣਾ। ਪਰ ਇਹ ਸਮਝ ਕਦੋਂ ਆਊਗੀ? ਸਹਿਜ 'ਚ, ਸਹਿਜੇ ਹੋਏ ਸੋ ਹੋਈ। ਇੱਥੇ ਜਾ ਕੇ ਭਾਣੇ ਦੀ ਗੱਲ ਸਮਝ ਆਉਂਦੀ ਆ ਜਦੋਂ ਇਸ ਨੂੰ ਵਾਰ-ਵਾਰ ਵਿਚਾਰਾਂਗੇ ਕਿ ਇੱਕ ਰਾਜਾ, ਉਹਨੂੰ ਪਤਾ ਹੀ ਨਹੀਂ ਰਿਹਾ ਵੀ ਮੈਂ ਰਾਜਾ। ਉਹ ਸੁਪਨੇ ਕਰਕੇ, ਇੱਕ ਭਰਮ ਦੇ ਸੁਪਨੇ ਦੇ ਵਿੱਚ, ਅਗਿਆਨਤਾ ਦੇ ਵਿੱਚ ਭਿਖਾਰੀ ਸਮਝਦਾ ਆਪਣੇ ਆਪ ਨੂੰ, ਅਤੇ ਫਿਰ ਉਹ ਮੰਗਦਾ ਫਿਰਦਾ। ਅਸਲ 'ਚ ਉਹ ਰਾਜਾ ਸਿੰਘਾਸਨ 'ਤੇ ਬੈਠਾ ਹੀ ਸੁੱਤਾ ਪਿਆ। ਉਹ ਇਹੀ ਕਹਾਣੀ ਆ ਇਹ ਸਾਰੀ ਜੀਵਨ ਦੀ। ਜਿਹੜੇ ਅਪਰਾਧੀ ਇਨਸਾਨ ਕੁਛ ਵੀ ਆ,
ਉਹ ਅਸਲ 'ਚ ਹਰੀ ਦਾ ਹੀ ਰੂਪ ਨੇ। ਇੱਕ ਲਹਿਰ ਆ, ਉਹ ਪਾਣੀ 'ਚੋਂ ਲਹਿਰ ਉੱਠੀ ਹੋਈ ਆ। ਹਰੀ ਰੂਪ ਪਾਣੀ ਆ, ਲਹਿਰ ਇਨਸਾਨ ਆ। ਜਲੇ ਹਰੀ ਥਲੇ ਹਰੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਜਿਹੜਾ ਅਕਾਲ ਉਸਤਤ ਦੇ ਵਿੱਚ ਗੋਬਿੰਦ ਸਿੰਘ ਜੀ ਨੇ ਲਿਖਿਆ ਉਹ ਵੀ ਇਹੀ ਆ। ਸਾਰਾ ਕੁਛ ਉਹੀ ਆ, ਸਾਨੂੰ ਗਿਆਨ ਹੀ ਨਹੀਂ ਅਸੀਂ ਕੌਣ ਆ। ਅਸੀਂ ਅਗਿਆਨਤਾ ਦੇ ਵਿੱਚ ਇੱਕ ਆਪਣੀ ਅਲੱਗ ਦੁਨੀਆ ਕ੍ਰੀਏਟ ਕਰ ਲਈ, ਇੱਕ ਅਲੱਗ ਦੁਨੀਆ ਬਣਾ ਲਈ ਹਉਮੈ ਕਰਕੇ, ਉਹਨੂੰ ਅਸੀਂ ਜਿਉ ਰਹੇ ਹਾਂ। ਹੁਣ ਉਹਦੇ ਵਿੱਚ ਬੈਠ ਕੇ ਅਸੀਂ ਇਹ ਸਵਾਲ ਕਰ ਰਹੇ ਹਾਂ ਸਾਨੂੰ ਪਰਮੇਸ਼ਰ ਜਾਂ ਸਾਨੂੰ ਇਹ ਰੱਬ ਬਾਰੇ ਸਮਝਾਓ। ਅਸਲ 'ਚ ਅਸੀਂ ਖੁਦ ਹੀ ਰੱਬ ਆ, ਸਾਨੂੰ ਗਿਆਨ ਹੀ ਨੀਗਾ। ਇੱਕ ਸਮਾਲ ਬਾਕਸ ਦੇ ਵਿੱਚ ਜਿਉਂ ਕਿ ਅਸੀਂ ਵਿਸ਼ਾਲ ਆਊਟ ਆਫ ਦਾ ਬਾਕਸ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਚਿਰ ਅਸੀਂ ਉਹ ਬਾਕਸ ਤੋਂ ਬਾਹਰ ਨਹੀਂ ਜਾਵਾਂਗੇ ਸਾਨੂੰ ਗਿਆਨ ਹੀ ਨਹੀਂ ਹੋਣਾ। ਅਸੀਂ ਆਪਣੀ ਚੇਤਨਾ ਦਾ ਇੱਕ ਛੋਟਾ ਜਿਹਾ ਦਾਇਰਾ ਕਰ ਲਿਆ, ਉਸ ਵਿੱਚ ਅਸੀਂ ਆਪਣਾ ਭਲਾ ਬੁਰਾ ਸੋਚਦੇ ਹਾਂ। ਸਾਡੇ ਅੰਦਰ ਈਰਖਾ ਦਵੈਖਾ, ਅਸੀਂ ਆਪਣਾ ਕੁਛ ਬਣਾਉਣਾ, ਅਸੀਂ ਆਪਣਾ ਇਕੱਠਾ ਕਰਨਾ, ਉਸੇ ਲਾਲਚ ਆ, ਸਾਡੇ ਅੰਦਰ ਮੋਹ ਆ। ਉਹਨਾਂ ਇਹ ਬਿਮਾਰੀਆਂ ਕਰਕੇ ਸੰਸਾਰ 'ਚ ਜੰਗਾਂ ਯੁੱਧਾਂ ਨੇ, ਆਪਣੀਆਂ ਪ੍ਰਾਪਰਟੀਆਂ ਦੇ ਝਗੜੇ ਨੇ, ਇੱਜ਼ਤਾਂ ਨੇ, ਉਹ ਸਾਰਾ ਕੁਛ, ਸਾਰਾ ਵਿਗਾੜ ਉਸ ਹਉਮੈ ਕਰਕੇ ਹੀ ਹੋਇਆ ਹੋਇਆ। ਅਸੀਂ ਉਸ ਇੱਕ ਛੋਟੀ ਜਿਹੀ ਬਹੁਤ ਭੈੜੀ ਦੁਰਮਤ ਦੇ ਵਿੱਚ ਜਿਉ ਰਹੇ ਹਾਂ, ਇੱਕ ਘਟੀਆ ਮੈਂਟੈਲਿਟੀ ਦੇ ਵਿੱਚ। ਜਦੋਂ ਉਸ ਤੋਂ ਬਾਹਰ ਜਾਵਾਂਗੇ ਫਿਰ ਸਾਨੂੰ ਅਸਲੀਅਤ ਦਾ ਸਮਝ ਆਊਗੀ। ਪਰ ਹੈਗਾ ਦੋਨਾਂ ਦੇ ਵਿੱਚ ਹੀ ਹਰੀ ਦਾ ਹੀ ਭਾਣਾ, ਸ਼ਕਤੀ ਹਰੀ ਦੀ ਹੋਈ ਆ। ਹਰੀ ਆਪਣੇ ਆਪ ਨੂੰ ਭੁੱਲ ਕੇ ਇੱਕ ਭਿਖਾਰੀ ਦੇ ਰੂਪ ਦੇ ਵਿੱਚ ਬਹੁਤ ਛੋਟਾ ਸਮਝ ਬੈਠਿਆ ਅਤੇ ਸੋਚਦਾ ਵੀ ਇਹੀ ਮੇਰੀ ਜ਼ਿੰਦਗੀ ਆ ਹੁਣ। ਤਾਂ ਕਰਕੇ ਦੋਨਾਂ ਪਾਸੇ ਭਾਣਾ ਹਰੀ ਦਾ ਹੀ ਆ, ਸ਼ਕਤੀ ਹਰੀ ਦੀ ਹੋਈ ਆ। ਛਲਸ ਤੂੰ ਹੀ ਹੈਗਾ, ਛਲ ਵਿੱਚ ਵੀ ਤੂੰ ਹੀ ਆ। ਜਿਹੜਾ ਛਲ ਕਰਦਾ ਉਹ ਵੀ ਤੇਰੀ ਹੀ ਲਹਿਰ ਆ, ਤੇਰਾ ਹੀ ਰੂਪ ਆ। ਪਰ ਉਹਨੂੰ ਸਮਝ ਨਹੀਂ ਹੈਗੀ ਵੀ ਮੈਂ ਕੌਣ ਆ। ਜਦੋਂ ਸਮਝ ਆ ਗਈ ਛਲ ਚੱਕੇ ਜਾਣੇ ਆ ਸਾਰੇ। ਇਸ ਨੂੰ ਜੇ ਵਾਰ-ਵਾਰ ਵਿਚਾਰਾਂਗੇ ਸਾਨੂੰ ਸਮਝ ਆ ਜਾਊਗੀ। ਜਿਸ ਨੂੰ ਦਿਖ ਰਿਹਾ ਉਹਨੂੰ ਤਾਂ ਪਤਾ ਲੱਗ ਜਾਣਾ ਵੀ ਇਹ ਕੀ ਕਿਹਾ ਜਾ ਰਿਹਾ, ਜਿਸ ਨੂੰ ਗਿਆਨ ਆ। ਜਿਸ ਨੂੰ ਨਹੀਂ ਗਿਆਨ ਉਸ ਨੂੰ ਇਹ ਸਮਝ ਨਹੀਂ ਆਉਣਾ, ਪਰ ਹੌਲੀ ਹੌਲੀ ਆ ਜਾਊਗਾ ਇਹ ਸਮਝ ਜਦੋਂ ਵਿਚਾਰਦੇ ਰਹਾਂਗੇ ਟਾਈਮ ਦੇ ਨਾਲ।